Dear students, good morning to all of you. I hope you're all safe. Welcome to our next video. Keep watching this short and sophisticated video till end to gain more knowledge. Let's start the video. ਆਪਾਂ ਕਰ ਰਹੇ ਸੀ Unit 5 Business Study 2 Chapter 9 Structure of Organization ਸੰਗਠਨ ਦਾ ਢਾਂਚਾ. So today's topic ਆਪਾਂ ਕਰਨ ਜਾ ਰਹੇ ਹਾਂ very important difference between line organization and staff organization or functional organization. ਰੇਖਾ ਸੰਗਠਨ ਤੇ ਕਿਰਿਆਤਮਕ ਸੰਗਠਨ ਵਿੱਚ ਅੰਤਰ. ਫਸਟਲੀ ਆਪਾਂ ਕਰਾਂਗੇ ਟੌਪਿਕ ਸਟਾਰਟ ਕਰਦੇ ਹਾਂ ਬੇਸਿਸ ਆਫ ਡਿਫਰੈਂਸ ਕਿਹੜੇ ਆਧਾਰ 'ਤੇ ਆਪਾਂ ਡਿਫਰੈਂਸ ਨੂੰ ਡਿਵਾਈਡ ਕਰ ਰਹੇ ਹਾਂ ਲਾਈਨ ਔਰਗਨਾਈਜੇਸ਼ਨ ਦੈਨ ਸਟਾਫ ਔਰ ਫੰਕਸ਼ਨਲ ਔਰਗਨਾਈਜੇਸ਼ਨ. ਫਸਟਲੀ ਆਪਾਂ ਡਿਫਰੈਂਸ ਕਰ ਰਹੇ ਹਾਂ ਯੂਨਿਟੀ ਆਫ ਕਮਾਂਡ ਦਾ. ਯੂਨਿਟੀ ਆਫ ਕਮਾਂਡ ਆਦੇਸ਼ ਦੀ ਏਕਤਾ ਜਿਹੜਾ ਪ੍ਰਿੰਸੀਪਲ ਆ ਉਹ ਕਿਸ ਵਿੱਚ ਲਾਗੂ ਕੀਤਾ ਜਾਂਦਾ ਅਤੇ ਕਿਸ ਵਿੱਚ ਨਹੀਂ ਲਾਗੂ ਕੀਤਾ ਜਾਂਦਾ. ਲਾਈਨ ਔਰਗਨਾਈਜੇਸ਼ਨ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ ਆਦੇਸ਼ ਦੀ ਏਕਤਾ ਜਿਹੜਾ ਪ੍ਰਿੰਸੀਪਲ ਇਜ਼ ਸਟ੍ਰਿਕਟਲੀ ਓਬਜ਼ਰਵਡ ਮਤਲਬ ਇਸ ਵਿੱਚ ਯੂਜ਼ ਕੀਤਾ ਜਾਂਦਾ ਹੈ ਸਿੰਸ ਐਵਰੀ ਜਿਹੜਾ ਸਬੋਰਡੀਨੇਟ ਹੁੰਦਾ ਰਿਸੀਵ ਆਰਡਰਸ ਫਰੋਮ ਓਨਲੀ ਵਨ ਬੌਸ. ਇੱਕ ਬੌਸ ਤੋਂ ਉਸਨੇ ਆਰਡਰ ਰਿਸੀਵ ਕਰਨੇ ਹੁੰਦੇ ਇੱਕ ਨੂੰ ਵੀ ਲਾਇਬਲ ਹੁੰਦਾ ਹੈ. ਸਟਾਫ ਔਰ ਫੰਕਸ਼ਨਲ ਔਰਗਨਾਈਜੇਸ਼ਨ ਵਿੱਚ ਕੀ ਹੁੰਦਾ ਹੈ ਇਨ ਦਿਸ ਕੇਸ ਜਿਹੜਾ ਇਹ ਪ੍ਰਿੰਸੀਪਲ ਵਾਇਲੇਟਡ ਕੀਤਾ ਜਾਂਦਾ ਮਤਲਬ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਸਿੰਸ ਇਹਦੇ ਵਿੱਚ ਕੀ ਹੁੰਦਾ ਐਵਰੀ ਸਬੋਰਡੀਨੇਟ ਰਿਸੀਵਸ ਆਰਡਰਸ ਫਰੋਮ ਨੰਬਰ ਆਫ ਬੌਸਿਸ ਕਿਹੜੇ ਜਿਨ੍ਹਾਂ ਨੂੰ ਆਪਾਂ ਰਿਕਰੂਟ ਕੀਤਾ ਜਿਵੇਂ ਸਪੈਸ਼ਲਿਸਟ ਹੋ ਗਏ ਆਪਣੇ ਕੋਲ ਅਤੇ ਐਗਜ਼ੀਕਿਊਟਿਵਸ ਹੋ ਗਏ. ਮਤਲਬ ਇਸ ਵਿੱਚ ਨੰਬਰ ਆਫ ਬੌਸਿਸ ਕਾਫੀ ਜ਼ਿਆਦਾ ਹੁੰਦੇ ਨੇ ਸਬੋਰਡੀਨੇਟਸ ਨੇ ਕਾਫੀ ਜ਼ਿਆਦਾ ਨੰਬਰ ਆਫ ਬੌਸਿਸ ਤੋਂ ਆਰਡਰਸ ਰਿਸੀਵ ਕਰਨੇ ਹੁੰਦੇ ਨੇ. ਨੰਬਰ 2 'ਤੇ ਆਪਾਂ ਡਿਫਰੈਂਸ ਕਰ ਰਹੇ ਹਾਂ ਸਟੇਬਿਲਿਟੀ ਅਨੁਕੂਲਤਾ ਵੀ ਜਿਹੜੀ ਲਾਈਨ ਔਰਗਨਾਈਜੇਸ਼ਨ ਕਿਸ ਨੂੰ ਸਟੇਬਲ ਹੈ ਕਿਹੜੇ ਬਿਜ਼ਨਸ ਨੂੰ ਸਟੇਬਲ ਹੈ ਅਤੇ ਸਟਾਫ ਅਤੇ ਫੰਕਸ਼ਨਲ ਜਿਹੜੀ ਜਾਂ ਫੰਕਸ਼ਨਲ ਔਰਗਨਾਈਜੇਸ਼ਨ ਨੂੰ ਕਿਸ ਨੂੰ ਸਟੇਬਲ ਹੈ. ਸਟੇਬਲ ਫॉर ਸਮਾਲ ਔਰਗਨਾਈਜੇਸ਼ਨ ਜਿਹੜੀ ਲਾਈਨ ਔਰਗਨਾਈਜੇਸ਼ਨ ਉਹ ਸਮਾਲ ਔਰਗਨਾਈਜੇਸ਼ਨ ਵਿੱਚ ਜ਼ਿਆਦਾ ਸਟੇਬਲ ਰਹਿੰਦੀ ਹੈ ਜ਼ਿਆਦਾ ਉਹਦਾ ਰਿਜ਼ਲਟ ਨਿਕਲ ਕੇ ਆਉਂਦਾ ਹੈ. ਇਹ ਕੀ ਆ ਸਟੇਬਲ ਫॉर ਲਾਰਜ ਔਰਗਨਾਈਜੇਸ਼ਨ ਵਿਚ ਰਿਕੁਆਇਰਸ ਹਾਈ ਡਿਗਰੀ ਆਫ ਸਪੈਸ਼ਲਾਈਜੇਸ਼ਨ ਜਿਸ ਵਿੱਚ ਆਪਾਂ ਨੂੰ ਹਾਈ ਡਿਗਰੀ ਆਫ ਸਪੈਸ਼ਲਾਈਜੇਸ਼ਨ ਮਤਲਬ ਵਿਸ਼ੇਸ਼ੀਕਰਨ ਚਾਹੀਦਾ ਹੁੰਦਾ ਕੰਮ ਵਿੱਚ. ਦੈਨ ਥਰਡ ਡਿਫਰੈਂਸ ਹੈਗਾ ਡਿਸਿਪਲਿਨ ਅਕੋਰਡਿੰਗ. ਡਿਸਿਪਲਿਨ ਮਤਲਬ ਅਨੁਸ਼ਾਸਨ ਕਿਸ ਵਿੱਚ ਅਨੁਸ਼ਾਸਨ ਵਧੀਆ ਤਰੀਕੇ ਨਾਲ ਹੁੰਦਾ ਮੇਨਟੇਨ ਕੀਤਾ ਜਾਣਾ ਸੌਖਾ ਹੈ ਅਤੇ ਕਿਸ ਵਿੱਚ ਆਪਾਂ ਨੂੰ ਔਖਾ ਹੁੰਦੀ ਹੈ ਡਿਸਿਪਲਿਨ ਨੂੰ ਕਾਬੂ ਕਰਨ ਵਿੱਚ. ਈਜ਼ੀ ਟੂ ਮੇਨਟੇਨ ਡਿਸਿਪਲਿਨ ਜਿਹੜੀ ਲਾਈਨ ਔਰਗਨਾਈਜੇਸ਼ਨ ਉਸ ਵਿੱਚ ਆਪਾਂ ਡਿਸਿਪਲਿਨ ਨੂੰ ਈਜ਼ੀ ਮੇਨਟੇਨ ਕਰ ਸਕਦੇ ਹਾਂ ਕਿਉਂਕਿ ਡਿਸਿਪਲਿਨ ਕਿਸ ਨਾਲ ਮੇਨਟੇਨ ਹੁੰਦਾ ਹੈ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ. ਅਤੇ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ ਕੀ ਕਹਿ ਰਿਹਾ ਵੀ ਜਿਹੜਾ ਸਬੋਰਡੀਨੇਟ ਉਹ ਸਿਰਫ ਇੱਕ ਬੌਸ ਤੋਂ ਹੀ ਆਪਦੇ ਆਰਡਰਸ ਲੈ ਸਕਦਾ ਇੱਕ ਬੌਸ ਨੂੰ ਹੀ ਲਾਇਬਲ ਹੋ ਸਕਦਾ ਹੈ. ਇਸ ਤਰ੍ਹਾਂ ਉਸ ਵਿੱਚ ਡਿਸਿਪਲਿਨ ਵੀ ਆਵੇਗਾ ਕਿਉਂਕਿ ਜੇ ਵਾਰ-ਵਾਰ ਜਿਹੜਾ ਸੁਪੀਰੀਅਰ ਜਿਸ ਤੋਂ ਉਹ ਆਰਡਰ ਲੈ ਰਿਹਾ ਵਾ ਉਹ ਉਸ ਦੇ ਕੰਮ ਨੂੰ ਸੁਪਰਵਾਈਜ਼ ਕਰੇਗਾ ਤਾਂ ਉਸ ਵਿੱਚ ਡਿਸਿਪਲਿਨ ਆਵੇਗਾ. ਦੈਨ ਸਟਾਫ ਔਰ ਫੰਕਸ਼ਨਲ ਔਰਗਨਾਈਜੇਸ਼ਨ ਵਿੱਚ ਕੀ ਹੁੰਦਾ ਹੈ ਮੇਨਟੇਨੈਂਸ ਆਫ ਡਿਸਿਪਲਿਨ ਇਜ਼ ਕ੍ਰੀਏਟ ਏ ਪ੍ਰੋਬਲਮ ਇਨ ਦਿਸ ਟਾਈਪ ਆਫ ਔਰਗਨਾਈਜੇਸ਼ਨ. ਇਸ ਔਰਗਨਾਈਜੇਸ਼ਨ ਵਿੱਚ ਯੂਨਿਟੀ ਆਫ ਕਮਾਂਡ ਜਿਹੜਾ ਪ੍ਰਿੰਸੀਪਲ ਆ ਉਹ ਵਾਇਲੇਟਡ ਕੀਤਾ ਜਾਂਦਾ ਮਤਲਬ ਉਸਦੀ ਉਲੰਘਣਾ ਕੀਤੀ ਜਾਂਦੀ ਹੈ ਇਸ ਵਿੱਚ ਉਹ ਲਾਗੂ ਨਹੀਂ ਕੀਤਾ ਜਾਂਦਾ ਅਤੇ ਇਸ ਤਰ੍ਹਾਂ ਉਹਨਾਂ ਦੇ ਨੰਬਰ ਆਫ ਬੌਸਿਸ ਹੁੰਦੇ ਨੇ ਜਿਹੜੇ ਸਬੋਰਡੀਨੇਟਸ ਹੁੰਦੇ ਨੇ ਨੰਬਰ ਆਫ ਬੌਸਿਸ ਹੁੰਦੇ ਸਪੈਸ਼ਲਿਸਟ ਅਤੇ ਜਿਵੇਂ ਐਗਜ਼ੀਕਿਊਟਿਵਸ ਇਸ ਤਰ੍ਹਾਂ ਉਹਨਾਂ ਵਿੱਚ ਡਿਸਿਪਲਿਨ ਲਿਆਉਣਾ ਔਖਾ ਹੁੰਦਾ ਹੈ. ਨੰਬਰ 4 'ਤੇ ਕੀ ਹੈ ਟਾਈਪ ਮਤਲਬ ਕਿਸਮ ਵੀ ਲਾਈਨ ਔਰਗਨਾਈਜੇਸ਼ਨ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਅਤੇ ਸਟਾਫ ਔਰ ਫੰਕਸ਼ਨਲ ਔਰਗਨਾਈਜੇਸ਼ਨ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ. ਲਾਈਨ ਔਰਗਨਾਈਜੇਸ਼ਨ ਦੀਆਂ ਆਪਾਂ 2 ਟਾਈਪਸ ਪੜ੍ਹੀਆਂ ਸੀਗੀਆਂ ਕਿਹੜੀਆਂ ਪਿਓਰ ਲਾਈਨ ਔਰਗਨਾਈਜੇਸ਼ਨ ਅਤੇ ਡਿਪਾਰਟਮੈਂਟਲ ਲਾਈਨ ਔਰਗਨਾਈਜੇਸ਼ਨ. ਇਸ ਤੋਂ ਸਟਾਫ ਔਰ ਫੰਕਸ਼ਨਲ ਔਰਗਨਾਈਜੇਸ਼ਨ ਵਿੱਚ ਪੜ੍ਹਿਆ ਸੀਗਾ ਓਨਲੀ ਵਨ ਟਾਈਪ ਆਫ ਓਨਲੀ ਵਨ ਟਾਈਪ ਹੈ ਸਟਾਫ ਔਰ ਫੰਕਸ਼ਨਲ ਔਰਗਨਾਈਜੇਸ਼ਨ ਦੀ. ਦੈਨ 5th ਡਿਫਰੈਂਸ ਕਰ ਰਹੇ ਆਪਾਂ ਫਲੋ ਆਫ ਅਥੋਰਿਟੀ ਵੀ ਅਥੋਰਿਟੀ ਦਾ ਵਿਹਾਰ ਕਿੱਦਾਂ ਨੂੰ ਹੁੰਦਾ ਹੈ ਅਧਿਕਾਰਾਂ ਦਾ ਵਿਹਾਰ ਕਿਹਨਾਂ ਵੱਲੋਂ ਹੁੰਦਾ ਹੈ ਅਤੇ ਕਿਵੇਂ ਹੁੰਦਾ ਹੈ. ਅਥੋਰਿਟੀ ਫਲੋਜ਼ ਵਰਟੀਕਲ ਓਨਲੀ. ਵਰਟੀਕਲ ਦਾ ਮੀਨਸ ਵੀ ਸਿੱਧੀ ਲਾਈਨ. ਇਹ ਸਿੱਧੀ ਲਾਈਨ ਕਿੱਥੋਂ ਸਟਾਰਟ ਹੋ ਰਹੀ ਹੈ ਜਿਵੇਂ ਮੈਨੇਜਰਸ ਤੋਂ ਸਟਾਰਟ ਹੋ ਰਹੀ ਹੈ ਅਸਿਸਟੈਂਟ ਮੈਨੇਜਰ ਦੇ ਹੁੰਦੇ ਹੋਏ ਫੋਰਮੈਨ ਤੱਕ ਪਹੁੰਚਦੀ ਹੈ ਫੋਰਮੈਨ ਤੋਂ ਬਾਅਦ ਸੁਪਰਵਾਈਜ਼ਰ ਤੱਕ ਪਹੁੰਚਦੀ ਦੈਨ ਵਰਕਰਸ ਤੱਕ ਪਹੁੰਚਦੀ ਹੈ. ਇਸ ਤਰ੍ਹਾਂ ਇਹ ਲਾਈਨ ਮੇਨਟੇਨ ਹੋ ਰਹੀ ਹੈ ਅਤੇ ਇਸ ਨੂੰ ਕੀ ਕਹਿੰਦੇ ਆਪਾਂ ਵਰਟੀਕਲ ਆਰਡਰ. ਅਤੇ ਪਰ ਜਿਹੜਾ ਇਹ ਆ ਸਟਾਫ ਔਰ ਫੰਕਸ਼ਨਲ ਇਹਦੇ ਵਿੱਚ ਕੀ ਹੁੰਦਾ ਵੀ ਅਥੋਰਿਟੀ ਫਲੋਜ਼ ਵਰਟੀਕਲ ਐਜ਼ ਵੈਲ ਡਾਇਗਨਲ. ਵਰਟੀਕਲ ਮੀਨਸ ਲਾਈਨ ਬਾਏ ਜਿਹੜੀ ਰੋਜ਼ ਹੁੰਦੀਆਂ ਇੱਧਰਲੀ ਸਾਈਡ ਮਤਲਬ ਸੇਮ ਅਥੋਰਿਟੀ ਜਿਵੇਂ ਆਹ ਵੀ ਫਾਈਨੈਂਸ ਮੈਨੇਜਰ ਆ ਪ੍ਰੋਡਕਸ਼ਨ ਮੈਨੇਜਰ ਅਤੇ ਇਹਨਾਂ ਵਿਚਕਾਰ ਵੀ ਜਦੋਂ ਅਥੋਰਿਟੀ ਦਾ ਫਲੋ ਹੁੰਦਾ ਹੈ ਤਾਂ ਉਸਨੂੰ ਕੀ ਕਹਿੰਦੇ ਆਪਾਂ ਡਾਇਗਨਲ. ਵਰਟੀਕਲ ਹੁੰਦਾ ਵਾ ਜਿਵੇਂ ਮੈਨੇਜਰ ਤੋਂ ਅਸਿਸਟੈਂਟ ਫੋਰਮੈਨ ਦੈਨ ਸੁਪਰਵਾਈਜ਼ਰ ਤੱਕ ਹੁੰਦੇ ਹੋਏ ਜਿਵੇਂ ਇੱਧਰਲੀ ਸਾਈਡ ਤੋਂ ਜਿਹੜੇ ਹੋਰ ਡਿਪਾਰਟਮੈਂਟਸ ਜਿਵੇਂ ਫਾਈਨੈਂਸ ਮੈਨੇਜਰ ਆ ਪਰਸਨਲ ਮੈਨੇਜਰ ਆ ਪ੍ਰੋਡਕਸ਼ਨ ਮੈਨੇਜਰ ਆ ਉਹਨਾਂ ਵਿੱਚ ਵੀ ਜਦੋਂ ਅਥੋਰਿਟੀ ਦਾ ਫਲੋ ਹੁੰਦਾ ਹੈ ਤਾਂ ਉਸਨੂੰ ਕੀ ਕਹਿੰਦੇ ਆਪਾਂ ਡਾਇਗਨਲ.
दैन अपने को 6 डिफरेंस आ रहा इकोनॉमी का भी किहड़ी ऑर्गेनाइजेशन में लागत की बचत होंदी है किहड़ी विच नहीं होंदी बचत। इट इज़ इकोनॉमिकल मतलब इस विच लागत की बचत होंदी है क्योंकि इसका स्ट्रक्चर काफ़ी ज़्यादा छोटा होंदा है। जॉब पोजीशन यूनिटी ऑफ कमांड फॉलो किया जाता है। इस विच आपां स्पैशलिस्ट या किसी तरह के आपां नूं एग्जीक्यूटिव की लोड़ नहीं होंदी, उन्हां नूं रिक्रूटमेंट उन्हां दी नहीं करनी पैंदी, इसलिए ये इकोनॉमिकल होंदा है। ये एक्सपेंसिव होंदा है क्योंकि इसलिए आपां नूं स्पैशल सर्विसिज लैणियां पैंदियां वा स्पैशलिस्ट रिक्रूट करके ते एग्जीक्यूटिव रिक्रूट करके। इस तरह की होंदा एक्सपेंसिव होंदा है। नंबर 7 की फ्लैक्सीबिलिटी मतलब किहड़ा चीज़ चेंज किया जा सकदा कि इस विच लचकता वध होंदी है। जिहड़ी लाइन ऑर्गेनाइजेशन होंदी है ये फ्लैक्सीबल इन नेचर काफ़ी ज़्यादा फ्लैक्सीबल होंदी है क्योंकि एक तो इस विच ऑर्गेनाइजेशन का जिहड़ा स्ट्रक्चर होंदा है काफ़ी ज़्यादा छोटा होंदा है ते इस विच नंबर ऑफ जिहड़े बॉसिस आ जिवें एग्जीक्यूटिव ते स्पैशलिस्ट वो भी घट होंदे ने। इस तरह जिहड़ा चेंज आ वो मतलब थोड़े लोगों विच करना पैंदा है, थोड़े अथॉरिटीज़ विच चेंज किया जाता है, इसलिए इस विच चेंज काफ़ी जल्दी आ जाता है। जिहड़ी ऑर्गेनाइजेशन होंदी है फंक्शनल या स्टाफ ऑर्गेनाइजेशन इस विच नंबर ऑफ परसनस या नंबर ऑफ बॉसिस काफ़ी ज़्यादा होंदे ने, स्पैशलिस्ट वध होंदे ने, एग्जीक्यूटिव होंदे ने। सो सारिਆਂ विच मतलब सारिਆਂ दी अथॉरिटी विच चेंज करना बहुत ज़्यादा मुश्किल है, इसलिए आपां कह सकदे कंपैरेटिवली लैस फ्लैक्सीबल आ भी जे आपां इहनूं लाइन ऑर्गेनाइजेशन कंपेयर करिए तां जिहड़ी ये लैस फ्लैक्सीबल आ ते लाइन ऑर्गेनाइजेशन वध फ्लैक्सीबल आ। ਇਹ डिफरेंस अपने को आ रहा नेचर ऑफ वर्क भी काम की प्रकृति किस तरह की जोड़े लाइन ऑर्गेनाइजेशन में इस किस तरह का काम परफॉर्म किया जाता है तो फंक्शनल तो स्टाफ में किस तरह का काम परफॉर्म किया जाता है। जोड़े लाइन ऑर्गेनाइजेशन में कहता मैंबरस मेनली परफॉर्म वर्क फिर रूटीन मैनर जोड़ा कि लगातार होंदा रहना है, रूटीन नेचर का जोड़ा काम होंदा है वो परफॉर्म करते हैं वर्करस जिमें कि ऑयल और शुगर इंडस्ट्रीज़। ये इंडस्ट्रीज़ कदे भी नहीं करदियां मतलब ये लगातार इन्हां दा काम चलता रहता है। तो जोड़े लाइन और स्टाफ ऑर्गेनाइजेशन के जोड़े मैंबरस होंदे आ वो की परफॉर्म करते हैं वो फंक्शनस परफॉर्म करते हैं ऑफ ए स्पैशलाइज्ड मैनर जिहदे विच मुहारत उन्होंने चाहिए हो किसी तरह की मुहारत आपां हासिल करनी हो जां मतलब पूरी आपां नूं स्पैशलिस्ट चाहिए हो जिवें कि प्लैनिंग होगी, पॉलिसीज़ फॉर्मेशन होगी। दैन कि 9th डिफरेंस अपने को आ रहा कॉन्सनट्रेशन ऑफ अथॉरिटी भी जोड़े अधिकार कित्थे केंद्रित होंदा है। इस विच अधिकार केंद्रित होंदा वा मतलब थोड़े लोगों को होंदा, इस विच वध लोगों को होंदा है। जी लाइन ऑर्गेनाइजेशन होंदी है इस विच अथॉरिटी सेंट्रलाइज होंदी है। सेंट्रलाइज मीनस थोड़े लोगों के हाथ में पावर होंदी है, फ्यू हैंड्स में पावर होंदी है क्योंकि इस विच जॉब पोजीशनस डिफाइन की जाती हैं जिवें कि मैनेजर्स। जे आप एग्जाम्पल लईए मैनेजर तो मैनेजर्स ने दोनों काम करने हैं, प्लैनिंग भी करनी है, डूइंग भी करनी है, मतलब उन्होंने को अथॉरिटी सेंट्रलाइज्ड है। जी अथॉरिटी होंदी है फंक्शनल और स्टाफ ऑर्गेनाइजेशन में वो होंदी है डिसेंट्रलाइज मतलब वो अथॉरिटी काफ़ी लोगों में वंडी गई होंदी है। तो वो किहड़े लोग जिन्हां विच वंडी होंदी है अथॉरिटी स्पैशलिस्ट होंदे ते एग्जीक्यूटिव्स होंदे आ। इन्हां विच अथॉरिटी नूं डिवाइड किया जाता है, इन्हां कोल इक्वल अथॉरिटी होंदी है। नंबर 10 के डिफरेंस आ रहा नंबर ऑफ बॉसिस भी कि नंबर ऑफ बॉसिस वध होंदे कि घट होंदे। जी लाइन ऑर्गेनाइजेशन होंदी है उस ओनली वन बॉस होंदा है अपने को भी वन बॉस ऑर्डर्स 10 सबॉर्डीनेट्स वन सबॉर्डीनेट वन बॉस की पॉलिसी अचीव की जाती है। तो देयर आर ए नंबर ऑफ बॉसिस स्पैशलिस्ट जिवें एग्जीक्यूटिव्स हो ये नंबर ऑफ बॉसिस होंदे ने। दैन अपने को लास्ट डिफरेंस आता है रिस्पोंसिबिलिटी का भी कि ऑर्गेनाइजेशन में लाइन ऑर्गेनाइजेशन या स्टाफ और फंक्शन ऑर्गेनाइजेशन में आप रिस्पोंसिबिलिटी ज़्यादा मैयर कर सकते हैं या रिस्पोंसिबिलिटी फिक्स कर सकते हैं। द लाइन ऑर्गेनाइजेशन में पढ़ते हैं भी इन दिस टाइप ऑफ ऑर्गेनाइजेशन रिस्पोंसिबिलिटी कैन बी फिक्सड ईजली इस आप ईजली फिक्सड कर सकते हैं रिस्पोंसिबिलिटी एज क्योंकि इस आप यूनिटी ऑफ कमांड फॉलो कर रहे हैं, प्रिंसीपल ऑफ यूनिटी ऑफ कमांड फॉलो कर रहे हैं जोड़ा कि कह रहा वा जो एक्सपीरियंस सिर्फ एक परसन ऑर्डर्स दे सकता है ताकि भी वो जल्दी मतलब रिस्पोंसिबिलिटी शो कर सकता है किसी परसन नूं भी वो परसन ने आ काम करना है तो उसने मैनू जवाब दे है वो सुपीरियर उसनूं कह सकता है। तो इस तरह आप रिस्पोंसिबिलिटी फिक्स कर सकते हैं। पर जे आप ये केस वेखीए स्टाफ और फंक्शनल ऑर्गेनाइजेशन के केस वेखीए इट्स वेरी डिफिकल्ट टू फिक्स द रिस्पोंसिबिलिटी ऑफ फंक्शनल ऑर्गेनाइजेशन। इस रिस्पोंसिबिलिटी फिक्स करनी बहुत ज़्यादा औखी होंदी है क्योंकि इस नंबर ऑफ बॉसिस काम कर रहे हैं, यूनिटी ऑफ कमांड तो फॉलो नहीं हो रहा वा, उलंघना हो रही है उसकी। तो इस नंबर ऑफ बॉसिस भी ऑर्डर्स दे रहे हैं तो नंबर ऑफ सबॉर्डीनेट्स उन्होंने ऑर्डर्स लै रहे हैं। सो ये मिसमैच हो जाता थोड़ा जहा भी मतलब जो सबॉर्डीनेट्स उन्होंने पता नहीं लगता भी कि बॉस नूं असीं जिम्मेवार हैं, कि बॉस नूं असीं आपदा काम शो करना है, कि बॉस नूं आपां रिप्रजेंट काम करना। तो इस तरह उन्होंने रिस्पोंसिबिलिटी वो फिक्स करनी काफ़ी ज़्यादा औखी हो जाती है। सो एट द एंड ऑफ द वीडियो share, comment, like the video, and of course don't forget to subscribe to our channel. Stay home, stay safe. Thank you. Have a nice day ahead.